ਤਾਂ ਇੰਨੀ ਆਸ ਨਹੀਂ ਸੀ ਹੈਗੀ ਵੀ ਉਹ ਸ਼ਹੀਦਾਂ ਪਰਿਵਾਰਾਂ ਨੂੰ ਨੌਕਰੀਆਂ ਦੇਣ ਤੋਂ, ਉਹਨਾਂ ਨੂੰ ਮੁਆਵਜ਼ਾ ਦੇਣ ਤੋਂ ਯਾਕੀ ਹੋ ਜਾਣਗੇ। ਇਹਦੇ ਵਿੱਚੋਂ ਵੀ ਵੋਟਾਂ ਲੱਭਣਗੇ ਵੀ ਬੰਦੇ ਐਮਐਲਏਜ਼ ਆ, ਉਹਨਾਂ ਦੇ ਦਰਾਂ 'ਤੇ ਤੁਰੇ ਫਿਰਨ ਤੇ ਨੌਕਰੀਆਂ ਨਾ ਦਿੱਤੀਆਂ ਜਾਣ। ਵੇਖ ਰਹੇ ਕਿ ਤਿੰਨ ਤਿੰਨ ਪੀੜ੍ਹੀਆਂ ਇੱਥੇ ਬੈਠੀਆਂ ਰੇਲਵੇ ਟਰੈਕਾਂ ਤੇ, ਤਾਂ ਅੰਦਾਜ਼ਾ ਲੱਗ ਸਕਦਾ ਕਿ ਪੰਜਾਬ ਕਿੱਥੇ ਹੈਗਾ। ਤਾਂ ਫਿਰ ਇਹਨਾਂ ਲੋਕਾਂ ਦੀ ਮੁਕਤੀ ਕਿਵੇਂ ਹੋਵੇ, ਕਿਉਂਕਿ ਠੰਡ ਹੋਵੇ ਤਾਂ ਵੀ ਕਹਿੰਦਾ ਬੈਠਣਾ ਪੈਂਦਾ ਧਰਨੇ ਤੇ, ਗਰਮੀ ਹੋਵੇ ਤਾਂ ਵੀ ਬੈਠਣਾ ਪੈਂਦਾ, ਬਾਰਿਸ਼ ਹੋਵੇ ਤਾਂ ਵੀ ਬੈਠਣਾ ਪੈਂਦਾ। ਤਾਂ ਇਹ ਚੀਜ਼ਾਂ ਦਾ ਹੱਲ ਕੀ ਸਮਝਦੇ ਹੋ? ਨਵਜੋਤ ਕੌਰ ਸਿੱਧੂ ਇਹ ਕਾਂਗਰਸ ਪਾਰਟੀ ਦੀ ਬੀਬੀ ਬੋਲਦੀ ਆ ਵੀ ਜੇ ਮਾਈਨਿੰਗ ਮਾਫੀਆ ਖਤਮ ਕਰ ਲਈਏ ਤੇ 1 ਲੱਖ ਕਰੋੜ ਰੁਪਏ ਦਾ ਰੈਵਨਿਊ ਹੋ ਸਕਦਾ। ਹੁਣ ਇਹਦਾ ਮਤਲਬ ਵੀ 5 ਸਾਲਾਂ 'ਚ 5 ਲੱਖ ਕਰੋੜ ਰੁਪਏ ਦਾ ਰੈਵਨਿਊ ਤੁਸੀਂ ਖਾ ਗਏ। ਰੈਵਨਿਊ ਬਹੁਤ ਥੋੜਾ। ਤਾਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਲੋਕ ਇੱਥੇ ਧਰਨਿਆਂ 'ਚ ਬੈਠੇ ਆ, ਰੇਲ ਲਾਈਨਾਂ 'ਤੇ ਬੈਠੇ ਆ, ਇਹਨਾਂ ਨੂੰ ਵੀ ਕਹਿੰਦਾ ਸਿਆਸਤ ਦੇ ਵਿੱਚ ਕੁੱਦਣਾ ਚਾਹੀਦਾ? ਕਿਉਂਕਿ ਜਿਹੜੇ ਲੋਕ ਆ ਉਹ ਇਹ ਮਹਿਸੂਸ ਕਰ ਰਹੇ ਕਿ ਹੁਣ ਕਿਸਾਨ ਜਥੇਬੰਦੀਆਂ ਨੂੰ ਇਹ ਅਗਵਾਈ ਕਰਨ ਦੀ ਲੋੜ ਹੈ। ਕੋਈ ਬਦਲਾਅ ਹੋਣਾ ਹੁੰਦਾ ਤਾਂ ਅਸੀਂ ਬਹੁਤ ਚਿਹਰੇ ਬਦਲੇ ਨੇ। ਲੋਕਾਂ ਨੇ ਬਹੁਤ ਜਿਹੜੀ ਉਹਨਾਂ ਨੂੰ ਬੁਰੀ ਲੱਗੀ ਉਹਨਾਂ ਹਰਾ ਕੇ ਦੂਜੀ ਲੈਂਦੀ, ਦੂਜੀ ਹਰਾ ਕੇ ਤੀਜੀ ਲੈਂਦੀ, ਤੀਜੀ ਹਰਾ ਕੇ ਚੌਥੀ ਲੈਂਦੀ। ਸਧਾਰਨ ਬੰਦਾ ਇਮਾਨਦਾਰ ਵੀ ਹੋ ਸਕਦਾ, ਚੰਗਾ ਵੀ ਹੋ ਸਕਦਾ, ਹਰ ਇੱਕ ਦਾ ਮੌਲਿਕ ਅਧਿਕਾਰ ਹੈ ਜੋ ਲੜੇ, ਪਰ ਉਹ ਇੰਨੇ ਪੈਸੇ ਕਿੱਥੋਂ ਲਿਆਊ ਹਾਕਮਾਂ ਦੇ ਖਿਲਾਫ ਦਰਜ ਲੜਨ ਲਈ? ਜਿਵੇਂ ਧਨ ਬਲ ਦੀ ਵਰਤੋਂ ਹੁੰਦੀ ਆ, ਜਿਵੇਂ ਬਾਹੂਬਲ ਦੀ ਵਰਤੋਂ ਹੁੰਦੀ, ਜਿਵੇਂ ਨਸ਼ੇ ਦੀ। ਜੇ ਤੁਸੀਂ ਸਪੋਰਟ ਕਰ ਦੋ ਫਿਰ ਤਾਂ ਆ ਹੀ ਸਕਦੇ ਵੀ ਪੰਦੇਰ ਸਾਹਿਬ ਕਹਿ ਦੇਣ ਕਿ ਸਾਡਾ ਉਮੀਦਵਾਰ ਇਹ ਹੈਗੇ। ਸਾਡੇ ਨਾਲ ਨੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਅੰਦੋਲਨ ਚੱਲ ਰਿਹਾ। ਤਾਂ ਪੰਦੇਰ ਸਾਹਿਬ ਦਿੱਲੀ ਮੋਰਚਾ ਫਤਿਹ ਕੀਤਾ ਤਾਂ ਫੌਜਾਂ ਨੂੰ ਸਾਹ ਵੀ ਨਹੀਂ ਦਵਾਇਆ, ਤਾਂ ਫਿਰ ਕਹਿੰਦਾ ਰੇਲਾਂ ਤੇ ਲਿਆ ਕੇ ਬਿਠਾ ਤੇ। ਆਹ ਦੇਖੋ, ਜਿਵੇਂ ਪੰਜਾਬ ਸਰਕਾਰ, ਚੰਨੀ ਸਰਕਾਰ ਜਦੋਂ ਪਹਿਲੋਂ ਉਹਨਾਂ ਦਾ ਜੋ ਕੁਝ ਆਉਂਦਾ ਸੀਗਾ ਉਹ ਤਾਂ ਇਹ ਸੀਗਾ ਵੀ ਅਸੀਂ ਕਿਸਾਨ ਪੱਖੀ ਹਾਂ, ਕਿਸਾਨਾਂ ਮਜ਼ਦੂਰਾਂ ਦੇ ਪੱਖ ਵਾਲੇ ਹਾਂ। ਤਾਂ ਇੰਨੀ ਆਸ ਨਹੀਂ ਸੀ ਹੈਗੀ ਵੀ ਉਹ ਸ਼ਹੀਦਾਂ ਪਰਿਵਾਰਾਂ ਨੂੰ ਨੌਕਰੀਆਂ ਦੇਣ ਤੋਂ, ਉਹਨਾਂ ਨੂੰ ਮੁਆਵਜ਼ਾ ਦੇਣ ਤੋਂ ਯਾਕੀ ਹੋ ਜਾਣਗੇ। ਇਹਦੇ ਵਿੱਚੋਂ ਵੀ ਵੋਟਾਂ ਲੱਭਣਗੇ ਵੀ ਬੰਦੇ ਐਮਐਲਏਜ਼ ਆ, ਉਹਨਾਂ ਦੇ ਦਰਾਂ 'ਤੇ ਤੁਰੇ ਫਿਰਨ ਤੇ ਨੌਕਰੀਆਂ ਨਾ ਦਿੱਤੀਆਂ ਜਾਣ, ਜਾਂ ਬਾਸਮਤੀ ਦਾ ਮੁਆਵਜ਼ਾ ਹੀ ਨਾ ਦੇਣਗੇ, ਜਾਂ ਜਿਹੜੇ ਕੇਸ ਵਾਪਸ ਲੈਣ ਦੀ ਗੱਲ ਕੀਤੀ ਆ ਉਹ ਨਾ ਕਰਨਗੇ। ਤੇ ਇਹ ਸੀਗੀਆਂ ਗੱਲਾਂ। ਤੇ ਦੂਜਾ ਹੈਗਾ ਵੀ ਦੇਖੋ 360 ਜਿਹੜਾ ਗੰਨੇ ਵਾਲਾ ਉਹ 'ਚ ਵੀ ਰੌਲਾ ਵੱਡਾ ਹੈਗਾ। ਬਾਰਡਰ 'ਤੇ ਤਾਰ ਪਾਰਲੀ ਚੀਜ਼ ਆ, ਉਹ ਵੀ ਸਮੱਸਿਆ ਹੈਗੀ ਆ। ਚਲੋ ਕਰਜ਼ੇ ਵਾਲਾ ਇਸ਼ੂ ਵੱਡਾ ਇਸ਼ੂ ਆ, ਸੀਐਮ ਨਾਲ ਮੀਟਿੰਗ ਕਰ ਲੈ। ਇਹ ਤਾਂ ਕੁਛ ਦੇ ਕੇ ਰਾਜੀ ਨਹੀਂ ਹੈਗੇ, ਤਾਂ ਮਜਬੂਰੀ ਵਾਸਤੇ ਆ। ਜਣੀ ਇੰਨੀ ਠੰਡ ਦੇ ਵਿੱਚ ਆਪਣਾ ਟਾਂਡੇ ਰੇਲ ਟਰੈਕ 'ਤੇ ਆਪਣਾ ਰਤਨ ਸਿੰਘ ਜੀ ਸ਼ਹੀਦ ਹੋਏ ਨੇ, ਲਾਧੂਪਾਣਾ ਵਾਲੇ। ਤਾਂ ਅਸੀਂ ਬੰਦੇ ਗਵਾ ਰਹੇ। ਪਹਿਲਾਂ ਦਿੱਲੀ ਸਰਕਾਰ ਦੇ ਖਿਲਾਫ ਸ਼ਹਾਦਤਾਂ ਹੋਈਆਂ, ਹੁਣ ਪੰਜਾਬ ਸਰਕਾਰ ਦੇ ਖਿਲਾਫ ਹੋ ਰਹੇ ਨੇ। ਮਤਲਬ ਜਿਹੜਾ ਵਾ ਵੀ ਅਸਲ ਵਿੱਚ ਇਹ ਵੀ ਹਾਕਮ ਇੱਕੋ ਜਿਹੇ ਹੁੰਦੇ ਆ। ਤਾਂ ਇਹ ਸਾਡੇ ਰੇਲ ਰੋਕੋ ਅੰਦੋਲਨ ਨੇ ਸਾਬਤ ਕਰ ਦਿੱਤਾ ਵੀ ਜਿਹੜੀਆਂ ਇਹ ਗੱਲਾਂ ਖਾਸ ਕਰਕੇ ਭਾਜਪਾ ਨੂੰ, ਮੋਦੀ ਨੂੰ ਕਹਿੰਦੇ ਸੀਗੇ ਵੀ ਇਹ ਕਿਸਾਨ ਵਿਰੋਧੀ ਆ, ਉਹ ਮਤਲਬ ਹੁਣ ਦਿਖ ਪਿਆ ਵੀ ਇਹ ਗੱਲਾਂ ਨਹੀਂ ਹੈਗੀਆਂ। ਪੰਜਾਬ ਸਰਕਾਰ ਵੀ ਕਿਸਾਨ ਮਜ਼ਦੂਰ ਵਿਰੋਧੀ ਆ, ਨਹੀਂ ਤਾਂ ਉਹਨਾਂ ਨੂੰ ਇੰਨੇ ਦਿਨ ਬੈਠਿਆ ਸਾਨੂੰ ਨਜ਼ਰ ਨਹੀਂ ਆਉਂਦੇ ਵੀ ਅਸੀਂ ਵੀ ਬੈਠੇ ਆ। ਸਾਡੇ ਜਿਵੇਂ ਤਮਾਮ ਗੱਲਾਂ ਤੁਸੀਂ ਕੀਤੀਆਂ, ਜਿਵੇਂ ਕਰਜ਼ਾ ਮਾਫੀ ਦਾ ਮਸਲਾ ਹੈਗਾ, ਇਸ ਤੋਂ ਇਲਾਵਾ ਸ਼ਹੀਦ ਪਰਿਵਾਰਾਂ ਨੂੰ ਜਿਹੜੇ ਮੁਆਵਜ਼ੇ ਦੇਣ ਦਾ ਮਸਲਾ ਹੈਗਾ, ਤਾਂ ਸਰਕਾਰ ਤਾਂ ਵੱਡੇ ਵੱਡੇ ਫਲੈਕਸ ਲਗਾ ਰਹੀ ਆ, ਅਸੀਂ ਕਹਿੰਦਾ ਨੌਕਰੀਆਂ ਵੀ ਦੇਤੀਆਂ, ਤਾਂ ਉਹ ਫਿਰ ਕਿਸ ਆਧਾਰ ਤੇ ਗੱਲਾਂ ਹੋ ਰਹੀਆਂ? ਇਹ ਤਾਂ ਦੇਖੋ ਜਵਾਬਦੇਹੀ ਉਹ ਦੇਣਗੇ ਨਾ ਵੀ ਤੁਸੀਂ ਜਾਣੀ ਛੋਟੇ ਮਸਲਿਆਂ ਤੇ ਨਹੀਂ ਬੋਲ ਰਹੇ। ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਵਾ, ਕਹਿ ਕੇ ਆਏ ਸੀਗੇ। ਬੇਰੁਜ਼ਗਾਰੀ ਦਾ ਸਵਾਲ ਹੈਗਾ, ਅਸੀਂ ਨਸ਼ਾਬੰਦੀ ਦਾ ਸਵਾਲ ਆ। ਹੁਣ ਨਸ਼ੇਬੰਦੀ ਤੇ ਤਾਂ ਕੋਈ ਪੈਸਾ ਨਹੀਂ ਲੱਗਦਾ ਹੈਗਾ। ਅਸੀਂ ਕਿਹਾ ਤੁਹਾਡੇ ਮੁੱਖ ਮੰਤਰੀ ਨੇ ਕਿਹਾ 36,000 ਨੌਕਰੀਆਂ ਦੇਵਾਂਗੇ, ਤਾਂ ਦੱਸੋ ਕੋਈ 36 ਲਿਆ ਕੇ ਵਿਖਾ ਲਓ ਵੀ ਆਹ 36 ਅਸੀਂ ਦੇ ਦਿੱਤੀਆਂ। ਕੋਈ ਉਹਨਾਂ ਕੋਲ ਆਂਕੜਾ ਤਾਂ ਹੈ ਨਹੀਂ ਗਾ। ਉਹਨਾਂ ਗੱਲਾਂ 'ਤੇ ਤਾਂ ਮਤਲਬ ਇੱਥੋਂ ਦੇ ਪ੍ਰਸ਼ਾਸਕ ਬੰਦੇ ਨੇ ਉਹ ਕਹਿੰਦੇ ਸਾਡੇ ਵੱਸ ਦੀ ਗੱਲ ਨਹੀਂ। ਜਿਨ੍ਹਾਂ ਨੇ ਕਰਨਾ ਉਹਨਾਂ ਦਾ ਕੋਈ ਸਿਰ ਦੇਖੋ। ਕਰਜ਼ੇ ਨੂੰ ਛੱਡ ਕੇ ਬਾਕੀ ਸਾਰੀਆਂ ਮੰਗਾਂ 'ਤੇ ਸਾਡੇ ਚੰਨੀ ਸਾਹਿਬ ਨੇ ਐਲਾਨ ਕੀਤੇ ਹੋਏ ਆ। ਐਲਾਨ ਜਦੋਂ ਕਰ ਲਏ ਹੋਏ ਆ ਫਿਰ ਉਹਨੂੰ ਇੰਪਲੀਮੈਂਟੇਸ਼ਨ ਕਰਨਾ ਹੁੰਦਾ ਵੀ ਥੱਲੇ ਜ਼ਮੀਨ 'ਤੇ ਲਾਗੂ ਕਰ ਦਿਓ, ਉਹਨੂੰ ਕਰੋ। ਤੁਸੀਂ ਲਾਗੂ ਕਰਾਉਣ ਲਈ ਬੈਠੇ, ਲਾਗੂ ਤਾਂ ਕੁਛ ਵੀ ਨਹੀਂ ਹੋਇਆ ਹੈਗਾ। ਤਾਂ ਸਮੱਸਿਆ ਵੀ ਕਹਿਣੀ ਤੇ ਕਥਨੀ ਵਿੱਚ ਵੱਡੇ ਫਰਕ ਹੈਗੇ ਆ। ਚੰਗੀ ਗੱਲ ਹੋ ਗਈ ਆ ਵੀ ਲੋਕਾਂ ਨੇ ਗਾਹਾਂ ਸਰਕਾਰ ਆਪਦੀ ਚੁਣਨੀ ਹੈਗੀ ਆ, ਤਾਂ ਉਹਨਾਂ ਨੂੰ ਸੱਚ ਝੂਠ ਦਾ ਪਤਾ ਲੱਗਣਾ ਚਾਹੀਦਾ। ਤਾਂ ਜਿਵੇਂ ਤੁਸੀਂ ਕਿਹਾ ਕਿ ਅੱਗੇ ਸਰਕਾਰ ਚੁਣਨੀ ਹੈਗੀ ਆ, ਤਾਂ ਅਸੀਂ ਵੀ ਵੇਖ ਰਹੇ ਕਿ ਤਿੰਨ ਤਿੰਨ ਪੀੜ੍ਹੀਆਂ ਇੱਥੇ ਬੈਠੀਆਂ ਰੇਲਵੇ ਟਰੈਕਾਂ ਤੇ, ਤਾਂ ਅੰਦਾਜ਼ਾ ਲੱਗ ਸਕਦਾ ਕਿ ਪੰਜਾਬ ਕਿੱਥੇ ਹੈਗਾ। ਤਾਂ ਫਿਰ ਇਹਨਾਂ ਲੋਕਾਂ ਦੀ ਮੁਕਤੀ ਕਿਵੇਂ ਹੋਵੇ, ਕਿਉਂਕਿ ਠੰਡ ਹੋਵੇ ਤਾਂ ਵੀ ਕਹਿੰਦਾ ਬੈਠਣਾ ਪੈਂਦਾ ਧਰਨੇ ਤੇ, ਗਰਮੀ ਹੋਵੇ ਤਾਂ ਵੀ ਬੈਠਣਾ ਪੈਂਦਾ, ਬਾਰਿਸ਼ ਹੋਵੇ ਤਾਂ ਵੀ ਬੈਠਣਾ ਪੈਂਦਾ। ਤਾਂ ਇਹ ਚੀਜ਼ਾਂ ਦਾ ਹੱਲ ਕੀ ਸਮਝਦੇ ਹੋ? ਦੇਖੋ, ਜਦੋਂ ਕਾਰਪੋਰੇਟ ਪੱਖੀ ਪਾਲਿਸੀਆਂ ਨੇ ਵਿਸ਼ਵ ਵਪਾਰ ਸੰਸਥਾ ਦੀ ਪੁੱਗਦੀ ਆ, ਜਿਹੜੀਆਂ ਨੌਕਰੀਆਂ ਹੁਣ ਦੇ ਰਹੇ ਆ, ਝੂਠ ਬੋਲ ਰਹੇ ਆ। ਕਿਸ ਨੂੰ ਕਹਿੰਦੇ ਤੁਹਾਨੂੰ 6 ਮਹੀਨੇ ਲਈ ਰੈਗੂਲਰ ਕਰਤਾ, ਤੁਹਾਨੂੰ ਤਨਖਾਹ ਮਿਲੂਗੀ।
ਉਹਨੂੰ ਪੱਕਾ ਨਹੀਂ ਭਰਤੀ ਕੀਤਾ, ਪਿੱਛੋਂ ਦਬਾਅ ਆ ਵੀ ਇਲੈਕਸ਼ਨਾਂ ਕੱਢ ਲਓ, ਡਿੰਗ ਟਪਾ ਲਓ, ਗਾਹਾਂ ਪੱਕੇ ਭਰਤੀ ਨਹੀਂ ਕਰਨੇ, ਵੀ ਨਿੱਜੀਕਰਨ ਕਰਨਾ ਵਾ, ਜਨਤਕ ਅਦਾਰੇ ਨਹੀਂ ਰਹਿੰਦੇ ਨੇ। ਜਿੰਨਾ ਚਿਰ ਕਾਰਪੋਰੇਟ ਘਰਾਣੇ ਇਸ ਮੁਲਕ ਚੋਂ ਕੱਢਦੇ ਨਹੀਂ ਬਾਹਰ ਹੈਗੇ, ਉਹਨਾਂ ਚਿਰ ਕਿਸਾਨ ਮਜ਼ਦੂਰ ਜਾਂ ਲੋਕ ਪੱਖੀ ਨੀਤੀ ਸਥਾਪਿਤ ਨਹੀਂ ਹੋ ਸਕਦੀ। ਵੱਡੀ ਲੜਾਈ ਆ, ਵੱਡੀ ਮਤਲਬ ਜਿਹੜੇ ਲੋਕਾਂ ਨੂੰ ਲਾਮਬੰਦੀ ਕਰਨ ਦਾ ਸਵਾਲ ਆ। ਪੰਜਾਬ ਦੇ ਸਾਰੀਆਂ ਜਥੇਬੰਦੀਆਂ ਦੇ 15-20% ਪੰਜਾਬ ਦੇ ਵਿੱਚ ਉਹਨਾਂ ਦੀ ਪਕੜ ਆ, ਬਾਕੀ 80% ਲੋਕ ਗੈਰ ਜਥੇਬੰਦ ਨੇ। ਠੀਕ ਆ, ਉਹ ਸਾਡੇ ਕੋਲ ਵੱਡਾ ਟਾਸਕ ਹੈ, ਅਸੀਂ ਉਹਨਾਂ ਲੋਕਾਂ ਨੂੰ ਜਥੇਬੰਦ ਕਰੀਏ, ਹੱਕਾਂ ਪ੍ਰਤੀ ਜਾਗਰਤ ਕਰੀਏ, ਪ੍ਰੈਸ਼ਰ ਗਰੁੱਪ ਸਾਡਾ ਵੱਡਾ ਹੋਵੇ ਵੀ ਹਾਕਮਾਂ ਦੇ ਧੌਣ ਤੇ ਗੋਡਾ ਰੱਖ ਕੇ। ਕਿੰਨਾ ਕੁ ਫਿਰ ਇਸ ਚੀਜ਼ ਤੇ ਅਸਰ ਪਾਇਆ ਵੀ ਲੋਕ ਜਥੇਬੰਦ ਕਿੰਨੇ ਕੁ ਗਿਣਤੀ % ਵਧਾ? ਹਾਂ ਦੇਖੋ, ਮੋਰਾਲ ਤਾਂ ਲੋਕਾਂ ਦਾ ਵਧਿਆ, ਇੱਕ ਤਰੀਕਾ ਮਿਲ ਗਿਆ ਨਾ। ਦਿੱਲੀ ਵਾਲੇ ਅੰਦੋਲਨ ਨੇ ਦੱਸਤਾ ਵੀ ਦੇਖੋ ਤੁਸੀਂ MLA MP ਬਣ ਕੇ ਨਹੀਂ ਕਾਨੂੰਨ ਰੱਦ ਕਰਾਏ, ਤੁਸੀਂ ਤਾਂ ਦਰੀਆਂ ਵਿਛਾ ਕੇ ਰੱਦ ਕਰਾਏ। ਤਾਂ ਇਹ ਲੋਕਾਂ ਨੂੰ ਇੱਕ ਰਾਹ ਮਿਲ ਗਿਆ ਵੀ ਜੇ ਅਸੀਂ ਇਸੇ ਤਰੀਕੇ ਨਾਲ ਏਕਾ ਕਰੀਏ। ਉਹ ਜਨ ਅੰਦੋਲਨ ਸੀ, ਹੁਣ ਹੋਰ ਕਿਸੇ ਮਸਲੇ ਤੇ ਵੀ ਜਨ ਅੰਦੋਲਨ ਬਣਦਾ ਵਾ, ਤਾਂ ਹਾਕਮਾਂ ਨੂੰ ਤੁਹਾਡੇ ਗਾੜੀ ਝੁਕਣਾ ਪਊਗਾ, ਤੁਹਾਡੀ ਗੱਲ ਮੰਨਣੀ ਪਊਗੀ। ਤਾਂ ਜਿਵੇਂ ਤੁਸੀਂ ਕਿਹਾ ਕਿ ਜਨ ਅੰਦੋਲਨ ਸੀਗਾ, ਤਾਂ ਹੁਣ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਉਹ ਬੈਠੀ ਹੈਗੇ ਆ। ਹਾਲਾਂਕਿ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਉਹ ਆਪਦੇ ਪੱਧਰ ਤੇ ਕਰ ਰਹੀ ਹੈ। ਕਿਸੇ ਨੇ ਟੋਲ ਪਲਾਜ਼ੇ ਘੇਰੇ ਹੋਇਆ, ਤੇ ਲੱਗਦਾ ਕਿ ਇੱਕ ਵਾਰ ਫੇਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਨੂੰ ਇੱਕ ਮੁੱਠ ਹੋਣ ਦੀ ਜ਼ਰੂਰਤ ਹੈਗੀ ਆ ਇਸ ਦੇਖੋ, ਮੁੱਦੇ ਤੇ। ਕਿਸਾਨ ਜਥੇਬੰਦੀਆਂ ਮੁੱਦਿਆਂ ਤੇ ਸਾਰੀਆਂ ਇਕੱਠੀਆਂ ਨੇ। ਆਪਦੀ ਤਾਕਤ ਕੋ ਛੋਟਾ ਹੋਵੇ ਵੱਡਾ ਹੋਵੇ, ਸਾਰੇ ਠੀਕ ਹੁੰਦੇ ਆ। ਆਪਦੀ ਤਾਕਤ ਦੇ ਮੂਜਬ ਸੰਘਰਸ਼ ਕਰਦੀਆਂ ਨੇ। ਮੁੱਦਿਆਂ ਤੋਂ ਉਹਨਾਂ ਦਾ ਕੋਈ ਰੌਲਾ ਨਹੀਂ। ਮੁੱਦੇ ਆ ਐਕਸ਼ਨ ਪ੍ਰੋਗਰਾਮਾਂ ਤੇ ਰੌਲੇ ਹੋ ਸਕਦੇ, ਕਿਸੇ ਨੂੰ ਕੋਈ ਠੀਕ ਲੱਗਦਾ, ਕਿਸੇ ਨੂੰ ਕੋਈ ਠੀਕ ਲੱਗਦਾ। ਤਾਂ ਮੁੱਦਿਆਂ ਤੇ ਮੈਨੂੰ ਨਹੀਂ ਲੱਗਦਾ ਕੋਈ ਰੌਲਾ ਹੈਗਾ। ਪੰਜਾਬ ਦੇ ਹਿੱਤਾਂ ਦੀ ਸਵਾਲ ਹੈ, ਦੇਸ਼ ਦੇ ਹਿੱਤਾਂ ਦੀ ਸਵਾਲ ਹੈ। ਪਹਿਲੋਂ ਵੀ ਇਕੱਠੇ ਲੜੇ, ਅੱਗੇ ਵੀ ਲੜਾਂਗੇ। ਤਾਂ ਜਿਵੇਂ ਕਰਜ਼ਾ ਮਾਫੀ ਦਾ ਮਸਲਾ ਚੱਲਦਾ ਹੈਗਾ, ਤਾਂ ਕਰਜ਼ਾ ਪੰਜਾਬ ਦੇ ਸਿਰ ਤੇ ਵੀ ਬਹੁਤ ਹੈਗਾ, ਤਕਰੀਬਨ 3.5 ਲੱਖ ਕਰੋੜ ਦਾ ਕਰਜ਼ਾ ਹੈਗਾ। ਦੂਸਰੇ ਪਾਸੇ ਕਿਸਾਨਾਂ ਤੇ ਵੀ ਬਹੁਤ ਕਰਜ਼ਾ ਹੈਗਾ। ਤਾਂ ਉਹ ਚੀਜ਼ ਦਾ ਫਿਰ ਕਿਵੇਂ ਵੇਖਦੇ ਹੋ ਕਿ ਸਰਕਾਰ ਮੰਨ ਜੂਗੀ? ਕਿਉਂਕਿ ਇੱਕ ਪਾਸੇ ਪੰਜਾਬ ਦਾ ਕਰਜ਼ਾ ਵੀ ਲਾਉਣਾ ਤੇ ਫਿਰ ਕਿਸਾਨ ਵੀ ਆ ਗਏ ਉਸ ਤੋਂ ਬਾਅਦ। ਦੇਖੋ, ਤਾਂ ਵੱਡੇ ਸਵਾਲ ਆ। ਸਾਨੂੰ ਨਹੀਂ ਲੱਗਦਾ ਵੀ ਪੰਜਾਬ ਦਾ ਕਰਜ਼ਾ ਨਾ ਲੱਥ ਸਕੇ ਜਾਂ ਕਿਸਾਨਾਂ ਦਾ ਕਰਜ਼ ਮਾਫੀ ਨਾ ਹੋ ਸਕੇ। ਸਵਾਲ ਤਾਂ ਹੈਗਾ ਵੀ ਜਾਂ ਹਾਕਮ ਅਫਸਰਸ਼ਾਹੀ ਜਾਂ ਮਾਫੀਆ ਆਪਦੇ ਘਰਾਂ ਦੇ ਢਿੱਡ ਨਿੱਜੀ ਤੌਰ ਤੇ ਭਰ ਲਵੇ ਜਾਂ ਖਜ਼ਾਨਾ ਭਰ ਲਵੇ। ਦੇਖੋ, ਨਵਜੋਤ ਕੌਰ ਸਿੱਧੂ ਇਹ ਕਾਂਗਰਸ ਪਾਰਟੀ ਦੀ ਬੀਬੀ ਬੋਲਦੀ ਆ ਵੀ ਜੇ ਮਾਈਨਿੰਗ ਮਾਫੀਆ ਖਤਮ ਕਰ ਲਈਏ ਤੇ 1 ਲੱਖ ਕਰੋੜ ਰੁਪਏ ਦਾ ਰੈਵਨਿਊ ਹੋ ਸਕਦਾ। ਹੁਣ ਇਹਦਾ ਮਤਲਬ ਵੀ 5 ਸਾਲਾਂ 'ਚ 5 ਲੱਖ ਕਰੋੜ ਰੁਪਏ ਦਾ ਰੈਵਨਿਊ ਤੁਸੀਂ ਖਾ ਗਏ ਜੀ। ਤੁਹਾਡਾ ਤਾਂ ਰੈਵਨਿਊ ਬਹੁਤ ਥੋੜ੍ਹਾ ਵਾ। ਟਰਾਂਸਪੋਰਟ ਦੇ ਵਿੱਚੋਂ ਵੱਡੇ ਪੈਸੇ ਕਮਾਏ ਜਾ ਸਕਦੇ। ਤੁਸੀਂ ਆਬਕਾਰੀ 'ਚ ਸਿੱਧੂ ਸਾਹਿਬ ਕਹਿ ਸਕੇ ਵੀ ਵੱਡੀ ਆਮਦਨ ਹੈ ਜੀ। ਤਾਮਿਲਨਾਡੂ ਦੀ ਫਾਰ ਐਗਜ਼ਾਮਪਲ ਉਹ ਦਿੰਦੇ ਰਹੇ, ਪੁੱਤ ਤਾਂ ਜੀ ਬਹੁਤ ਵੱਡਾ ਰੈਵਨਿਊ ਇਕੱਠਾ ਹੁੰਦਾ। ਤਾਂ ਜਿੰਨਾ ਥਾਵਾਂ ਤੋਂ ਰੈਵਨਿਊ ਇਕੱਠਾ ਹੋਣਾ ਉਹ ਤਾਂ ਆਪਣੀ ਜੇਬ 'ਚ ਪਾਈ ਜਾਂਦੇ ਸੀ। ਤਾਂ ਫਿਰ ਪੰਜਾਬ ਦੇ ਸਿਰ ਕਰਜ਼ਾ ਹੀ ਚੜ੍ਹਨਾ। ਸਰਕਾਰ ਦੀ ਅਸਲ ਨੀਅਤ ਨਹੀਂ ਠੀਕ ਹੈਗੀ। ਸਵਾਲ ਹੈ ਨਹੀਂ ਵੀ ਪੰਜਾਬ ਕੋਲੇ ਵਸੀਲੇ ਨਹੀਂ ਹੈਗੇ, ਪੰਜਾਬ ਟੈਕਸ ਜਨਰੇਟ ਨਹੀਂ ਕਰ ਸਕਦਾ। ਅਸਲ ਜਿਹੜੇ ਹਾਕਮ ਉਹਨਾਂ ਦੀ ਨੀਅਤ ਮਾੜੀ, ਉਹ ਆਪਦੇ ਢਿੱਡ ਭਰਨਾ ਚਾਹੁੰਦੇ, ਪੰਜਾਬ ਦਾ ਕੋਈ ਨਹੀਂ ਸੋਚਦਾ ਹੈਗਾ। ਤਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨੀਅਤ ਮਾੜੀ ਹੈਗੀ ਆ, ਤਾਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਲੋਕ ਇੱਥੇ ਧਰਨਿਆਂ 'ਚ ਬੈਠੇ ਆ, ਰੇਲ ਲਾਈਨਾਂ 'ਤੇ ਬੈਠੇ, ਇਹਨਾਂ ਨੂੰ ਵੀ ਕਹਿੰਦਾ ਸਿਆਸਤ ਦੇ ਵਿੱਚ ਕੁੱਦਣਾ ਚਾਹੀਦਾ? ਕਿਉਂਕਿ ਜਿਹੜੇ ਲੋਕ ਆ ਉਹ ਇਹ ਮਹਿਸੂਸ ਕਰ ਰਹੇ ਕਿ ਹੁਣ ਕਿਸਾਨ ਜਥੇਬੰਦੀਆਂ ਨੂੰ ਇਹ ਅਗਵਾਈ ਕਰਨ ਦੀ ਲੋੜ ਹੈਗੀ ਹੈ, ਚਾਹੇ ਉਹ ਸਿਆਸਤ ਦੇ ਵਿੱਚ ਆ ਕੇ ਨਾ ਕਰਨ, ਪਰ ਇੱਕ ਉਹ ਰਾਸਤਾ ਜ਼ਰੂਰ ਦਿਖਾ ਦੇਣ। ਦੇਖੋ, ਸਵਾਲ ਇਹ ਅੱਡ ਨੇ, ਲੌਜਿਕ ਹੈ ਆਪਣੇ। ਦੇਖੋ, ਮੈਂ ਕਿਹਾ ਵੀ ਪਹਿਲਾਂ ਜਿਹੜਾ ਅਸੀਂ ਲੜਾਈ ਜਿੱਤੀ ਹੈ, ਜੇ ਅਸੀਂ ਕਾਨੂੰਨ ਰੱਦ ਕਰਾਉਂਦੇ ਤਾਂ 262 ਜਾਂ 65 ਸੀਟਾਂ ਚਾਹੀਦੀਆਂ MP ਸੀ ਜੇ ਸਰਕਾਰ ਫਿਰ ਅੱਧਿਓਂ ਜ਼ਿਆਦਾ ਦੇਸ਼ ਵਿੱਚ ਸੂਬੇ ਦੀਆਂ ਇਲੈਕਸ਼ਨਾਂ ਜਿੱਤਦੇ, ਫਿਰ ਰਾਜ ਸਭਾ 'ਚ ਫੇਬਰੀ ਹੱਲ ਉਹ ਨਹੀਂ ਹੈਗਾ। ਵੱਡਾ ਰੌਲਾ ਉਹਦੇ ਪਹਿਲੇ ਤਜਰਬੇ ਫੇਲ ਹੋਏ ਆ। ਜਾਣੀ ਤੁਸੀਂ ਆਪਣਾ ਇਹ ਤੇ ਪੂਰਬ ਖੇਤਰ ਦੇ ਤੁਸੀਂ ਸਟੇਟ ਦਾ ਅਸਾਮ ਦੇਖ ਲਓ, ਤੇ ਸਟੂਡੈਂਟ ਲਹਿਰ 'ਚੋਂ ਸਰਕਾਰ ਬਣੀ, ਨਹੀਂ ਕੁਛ ਹੋਇਆ। ਪੱਛਮੀ ਬੰਗਾਲ ਵਿੱਚ ਸਾਡੇ CPI CPM ਕਾਮਰੇਡ ਭਾਈ, ਉਹਨਾਂ ਦਾ ਇਨਕਲਾਬ ਅਸੀਂ 35 ਸਾਲਾਂ ਦਾ ਦੇਖਿਆ ਹੈਗਾ। ਕੇਰਲਾ 'ਚ ਸਰਕਾਰ ਹੈਗੀ 19-21 ਦੇ ਫਰਕ ਨਾਲ, ਕੁਛ ਤਜਰਬੇ ਚੰਗੇ ਨਹੀਂ ਹੈਗੇ। ਸਵਾਲ ਇਹ ਹੈ ਵੀ ਤੁਸੀਂ ਚਿਹਰੇ ਬਦਲਣ 'ਤੇ ਵਿਸ਼ਵਾਸ ਰੱਖਦੇ ਹੋ ਜਾਂ ਵਿਵਸਥਾ ਬਦਲਣ 'ਤੇ ਵਿਸ਼ਵਾਸ ਰੱਖਦੇ ਹੋ। ਤਾਂ ਵਿਵਸਥਾ ਬਦਲਣ ਦੀ ਲੋੜ ਹੈਗੀ। ਚਿਹਰੇ ਬਦਲਿਆ ਮੁਲਕ 'ਚ ਕੋਈ ਬਦਲਾਅ ਹੋਣਾ ਹੁੰਦਾ ਤਾਂ ਅਸੀਂ ਬਹੁਤ ਚਿਹਰੇ ਬਦਲੇ ਨੇ। ਲੋਕਾਂ ਨੇ ਬਹੁਤ, ਜਿਹੜੀ ਉਹਨਾਂ ਨੂੰ ਬੁਰੀ ਲੱਗੀ ਉਹਨਾਂ ਹਰਾ ਕੇ ਦੂਜੀ ਲਿਆਂਦੀ, ਦੂਜੀ ਹਰਾ ਕੇ ਤੀਜੀ ਲਿਆਂਦੀ, ਤੀਜੀ ਹਰਾ ਕੇ ਚੌਥੀ ਲਿਆਂਦੀ। ਸੋ ਸਵਾਲ ਹੈ ਵੀ ਉਸ ਚੀਜ਼ਾਂ ਨਹੀਂ ਜਿਹੜੇ ਵੀ ਗਏ ਆ, ਕਿਉਂਕਿ ਜੇ ਪਾਲਿਸੀ ਤਾਂ ਭਾਜਪਾ ਦੀ ਵੀ ਉਹੀ ਆ, ਨਿੱਜੀਕਰਨ ਦੀ, ਕਾਰਪੋਰੇਟ ਦੀ, ਕੈਪਟਨ ਅਮਰਿੰਦਰ ਦੀ ਵੀ ਉਹੀ ਆ, ਚੰਨੀ ਜੀ ਦੀ ਵੀ ਹੈਗੀ ਆ, ਬਾਦਲਾਂ ਦੀ ਵੀ ਹੋਈ। ਉਹਦੇ ਲਈ ਲੋਕ ਤਾਂ ਫਿਰ ਉਸ ਸੋਚ ਦੀ ਲਿਆਉਣੇ ਪੈਣਗੇ। ਬੇਸ਼ੱਕ ਕਾਰਪੋਰੇਟ ਨੀਤੀ ਹੈਗੀ ਆ, ਪਰ ਜੇਕਰ ਉਹਨੂੰ ਰੋਕਣਾ ਫਿਰ ਉਹਦੇ ਉਲਟ ਸੋਚ ਵਾਲੇ ਲੋਕ ਲਿਆਉਣੇ ਪੈਣਗੇ ਨਾ। ਦੇਖੋ, ਉਹਦੇ ਲਈ ਮੂਵਮੈਂਟ ਬਣਾਉਣੀ ਪਊ, ਪ੍ਰੈਸ਼ਰ ਗਰੁੱਪ ਵੀ ਲੋਕਾਂ 'ਚ ਇਹ ਗੱਲਾਂ ਜਾਣ। ਮੈਂ ਨਹੀਂ ਕਿਸੇ ਡਿਬੇਟ 'ਚ ਸੁਣਿਆ ਵੀ 1861 ਦੀ IPC 'ਤੇ ਡਿਬੇਟ ਹੁੰਦੀ ਹੋਵੇ ਕਿਸੇ ਚੈਨਲ 'ਤੇ ਵੀ ਇਹ 'ਤੇ 51 ਵਾਲਾ ਕਾਨੂੰਨ ਹੈ।
ਇਹ ਸਾਡੇ ਬੰਦਾ ਜਿਨ੍ਹਾਂ ਨੇ ਕਾਨੂੰਨ ਲਿਆਂਦਾ ਉਹਨਾਂ ਨੇ ਆਪਣੇ ਕਾਨੂੰਨ ਬਣਾ ਲਏ, ਉਹਨਾਂ ਨੇ ਲੋਕ ਪੱਖੀ ਕਾਨੂੰਨ ਲਿਆਂਦੇ। ਸਾਡੇ ਵਾਲਾ ਅੰਗਰੇਜ਼ਾਂ ਵਾਲਾ ਹੀ ਆ। 1865 ਵਾਲਾ ਕਲੈਕਟਰ ਐਕਟ ਵੀ ਸਾਡਾ ਉਹੀ ਆ। ਤਾਂ ਫਿਰ ਅਸੀਂ ਜਦੋਂ ਸਿਸਟਮ ਉਹਨਾਂ ਦਾ ਰੱਖੀ ਬੈਠੇ ਆ, ਫਿਰ ਲੋਕ ਪੱਖ ਵਾਲਾ ਸਿਸਟਮ ਕਿਵੇਂ ਸਥਾਪਿਤ ਕਰਾਂਗੇ? ਤਾਂ ਇਹਦੇ ਲਈ ਜਿਹੜੇ ਮੁੱਦਿਆਂ 'ਤੇ ਤੁਹਾਡੀ ਚਰਚਾ ਹੀ ਨਹੀਂ ਹੁੰਦੀ, ਉਹ ਸਿਆਸਤਦਾਨ ਨਹੀਂ ਕਦੀ ਕਰਦੇ ਹੁੰਦੇ। ਜਿਹੜਾ ਮੁੱਦਾ ਉੱਠੂਗਾ ਉਹਦੇ 'ਤੇ ਹੀ ਚਰਚਾ ਹੋਊਗੀ। ਤਾਂ ਇਹੋ ਜਿਹੇ ਮੁੱਦੇ ਹੀ ਨਹੀਂ ਹੈਗੇ। ਸੋ ਮੁੱਦੇ ਵਾਰਨ ਦੀ ਲੋੜ ਹੈ, ਪ੍ਰੈਸ਼ਰ ਗਰੁੱਪ ਵੱਡਾ ਕਰਨ ਦੀ ਲੋੜ ਹੈਗੀ ਆ। ਇਹ ਸੌਖਾ ਸਖਾਲਾ ਇਹ ਵੀ ਨਹੀਂ ਹੈਗਾ। ਤਾਂ ਵੱਡੀ ਲੋੜ ਹੈ। ਜੇ ਅਸੀਂ MLA ਬਣ ਕੇ ਕਹਿੰਦੇ ਤੁਹਾਡੀ ਸੇਵਾ ਕਰਾਂਗੇ, ਦੱਸੋ MLA ਬਣ ਕੇ ਕਿਹੜੀ ਸੇਵਾ ਤਾਂ ਆ ਨਾ। ਇੰਟਰਸਟ ਦੇਖੋ ਸਾਡੇ ਸਾਂਝੇ ਆ। ਜਿਹੜਾ ਪਟੜੀ 'ਤੇ ਬੈਠਾ ਸਧਾਰਨ ਕਿਸਾਨ, ਉਹਦੇ ਵੀ ਇੰਟਰਸਟ ਆ ਅਤੇ ਮੇਰੇ ਵੀ ਆ। ਜੇ ਕੁਝ ਮਿਲ ਜੂਗਾ ਤਾਂ ਦੋਵਾਂ ਨੂੰ ਫਾਇਦਾ, ਜੇ ਨਾ ਕੁਝ ਮਿਲੂਗਾ ਤਾਂ ਦੋਵਾਂ ਨੂੰ ਘਾਟਾ। MLA ਨੂੰ ਤਾਂ ਵਿਸ਼ੇਸ਼ ਇੰਟਰਸਟ ਹੁੰਦੇ ਨਾ, ਵੀ ਉਹ ਕਹਿੰਦਾ 85,000 ਮੇਰੀ ਤਨਖਾਹ ਪੈਨਸ਼ਨ ਬਣ ਜਾਣੀ ਆ, ਪੱਤੇ ਅੱਡ ਤੋਂ ਮਿਲੀ ਜਾਣੇ। ਇੱਥੇ ਭਾਰਤੀ ਸਿਸਟਮ ਵਿੱਚ ਅਸੀਂ ਦੇਖਿਆ ਵੀ ਤੁਸੀਂ 2 ਕਰੋੜ ਰੁਪਈਆ ਲਾਓ ਅਤੇ ਮੁੜ ਕੇ 200 ਕਰੋੜ ਰੁਪਈਆ ਕਮਾਓ। ਇਸ ਵਸਤਾਂ ਵਿੱਚ ਇਹ ਸਿਸਟਮ ਹੈ ਨਾ। ਸਧਾਰਨ ਬੰਦਾ ਇਮਾਨਦਾਰ ਵੀ ਹੋ ਸਕਦਾ, ਚੰਗਾ ਵੀ ਹੋ ਸਕਦਾ, ਹਰ ਇੱਕ ਦਾ ਮੌਲਿਕ ਅਧਿਕਾਰ ਹੈ ਚੋਣ ਲੜੇ। ਪਰ ਉਹ ਇੰਨੇ ਪੈਸੇ ਕਿੱਥੋਂ ਲਿਆਊ ਹਾਕਮਾਂ ਦੇ ਖਿਲਾਫ ਇਲੈਕਸ਼ਨ ਲੜ ਲਈ? ਜਿਵੇਂ ਧਨ ਬਲ ਦੀ ਵਰਤੋਂ ਹੁੰਦੀ ਆ, ਜਿਵੇਂ ਬਾਹੂਬਲ ਦੀ ਵਰਤੋਂ ਹੁੰਦੀ, ਜਿਵੇਂ ਨਸ਼ੇ ਦੀ ਜੇ ਵਰਤੋਂ। ਤੁਸੀਂ ਸਪੋਰਟ ਕਰ ਦੋ ਫਿਰ ਤਾਂ ਆ ਹੀ ਸਕਦੇ ਵੀ ਪੰਦੇਰ ਸਾਹਿਬ ਕਹਿ ਦੇਣ ਕਿ ਸਾਡਾ ਉਮੀਦਵਾਰ ਇਹ ਹੈਗਾ। ਨਹੀਂ, ਮੇਰੇ ਖਿਆਲ ਇਹ ਗਲਤ ਹੋਊਗਾ, ਰੌਂਗ ਹੋਊਗਾ। ਇਹਦੇ ਨਾਲ ਕੋਈ ਫਾਇਦਾ ਨਹੀਂ ਹੋਣ ਵਾਲਾ। ਪਹਿਲੇ ਮੰਨ ਲਓ ਤੁਸੀਂ ਬੜੇ ਨਾਂ ਨੇ, ਹੁਣ ਕਿਸੇ ਦਾ ਸਤਪਾਲ ਡਾਂਗ ਜੀ ਨੂੰ ਕੀ ਆਂਦੇ ਵੀ ਉਹਨੇ ਕੀ ਬਣਾਇਆ ਦੇਖਿਆ ਤੁਸੀਂ ਅੰਮ੍ਰਿਤਸਰ ਦੇ ਕੀ ਸਵਾਰ ਗਏ ਹੋ? ਉਹ ਜੋ ਕੁਝ ਬੋਲ ਕੇ ਗਿਆ ਅਖੀਰ ਤੇ ਤੁਸੀਂ ਉਹਨਾਂ ਦਾ ਪੜ੍ਹ ਲੈਣਾ ਸੀ ਕੀ ਬੋਲ ਕੇ ਗਿਆ। ਠੀਕ ਆ, ਤਾਂ ਬੜੇ ਇਮਾਨਦਾਰ ਬੰਦੇ ਸੀ, ਸਾਰੀ ਉਮਰ ਦਫ਼ਤਰ 'ਚ ਕੱਟੀ ਆ। ਪਰ ਹੁਣ ਇਹ ਲੋਟੂ ਪ੍ਰਬੰਧ ਵਿੱਚ ਕੋਈ ਇੱਕ ਅੱਧੇ ਦੀ ਸੁਣਦਾ ਕੌਣ? ਮੰਨ ਲਓ ਮੈਨੂੰ ਮੁੱਖ ਮੰਤਰੀ ਬਣਾ ਦਿਓ, ਮੇਰੇ ਕੋਲ ਕੀ ਤਾਕਤ ਹੈ ਮੈਂ ਕੇਂਦਰ ਦੇ ਕਾਨੂੰਨ ਬਦਲਣਾ? ਆ ਪੰਜਾਬ ਵਾਲੇ ਕਹਿੰਦੇ ਸੀ ਕਿਸਾਨ ਪੱਖੀ ਆ, ਜੇ ਇਹਨਾਂ ਦੇ ਪੱਲੇ ਕੁਛ ਹੁੰਦਾ ਤਾਂ ਕੇਂਦਰ ਦਾ ਕਾਨੂੰਨ ਨਾ ਬਦਲ ਦਿੰਦੇ। ਕਰਨਾ ਤਾਂ ਫਿਰ ਉਹਨਾਂ ਨੇ। ਤਾਂ ਉਹ ਇਸ ਜੰਗ 'ਚ ਪੈ ਕੇ ਲੱਭਣਾ ਨਹੀਂ। ਚੱਲ ਫਿਰ ਵੀ ਕਿਸੇ ਦਾ ਆਪਣਾ ਨਿੱਜੀ ਆ, ਕਿਸੇ ਨੂੰ ਹੱਕ ਆ, ਕੋਈ ਕਹਿੰਦਾ ਵੀ ਮੈਂ ਇਸ ਤਰੀਕੇ ਨਾਲ ਤੁਹਾਡਾ ਬਦਲਾ ਦੂੰ, ਪੰਜਾਬ ਦਾ ਸਵਾਰ ਦੂੰ, ਕੋਈ ਗੱਲ ਨਹੀਂ। ਅਸੀਂ ਕਹਿੰਦੇ ਵੀ ਇਸ ਤਰੀਕੇ ਨਾਲ ਨਹੀਂ ਸਵਾਰਨਾ। ਇਹ ਭਵਿੱਖ ਦੱਸੂਗਾ ਵੀ ਕਿੰਨਾਂ ਦੀ ਗੱਲ ਵਿੱਚ ਦਮ ਸੀਗਾ। ਜੀ, ਤਾਂ ਕੱਲ ਜਿਹੜੀ ਮੀਟਿੰਗ ਹੋ ਰਹੀ ਆ ਪੰਜਾਬ ਸਰਕਾਰ ਦੇ ਨਾਲ, ਤੁਹਾਨੂੰ ਸੱਦਾ ਆਇਆ ਤੇ ਫਿਰ ਉਸ 'ਚ ਜਾ ਰਹੇ ਹੋ? ਦੇਖੋ ਪਹਿਲੀ ਗੱਲ ਤਾਂ ਸਾਨੂੰ ਸੱਦਾ ਹੀ ਨਹੀਂ ਹੈਗਾ। ਠੀਕ ਆ, ਉਹਦਾ ਕਿਹਾ ਗਿਆ ਵੀ ਤੁਹਾਨੂੰ ਵੀ ਸੱਦਿਆ ਜਾ ਰਿਹਾ। ਅਫਸਰਸ਼ਾਹੀ ਕੱਲ ਮਿਲੀ ਸੀ ਵੀ ਜੇ ਤੁਸੀਂ ਚਾਹੋ ਤੁਹਾਡਾ ਕਰਾ ਦਿੰਦੇ ਆ। ਅਸੀਂ ਕਹਿੰਦੇ ਅਸੀਂ ਗੱਲ ਕਰਨ ਨੂੰ ਤਿਆਰ ਹਾਂ। ਉਹਨਾਂ ਗੱਲਾਂ ਤੇ ਫਿਰ ਚੰਨੀ ਜੀ ਨਾਲ ਗੱਲ ਕੀ ਕਰਨ ਦੀ ਹੈ? ਜਿਹੜੇ ਗੱਲਾਂ ਬਾਰੇ ਚੰਨੀ ਜੀ ਨੇ ਪਹਿਲਾਂ ਸਾਨੂੰ ਭਰੋਸਾ ਦੇ ਦਿੱਤਾ ਵੀ ਨੌਕਰੀਆਂ ਤੁਹਾਨੂੰ ਦਾਂਗੇ ਜੀ, ਮੁਆਵਜ਼ਾ ਤੁਹਾਨੂੰ ਦਾਂਗੇ ਜੀ, ਆਹ ਬਾਰਡਰ ਦੇ ਪੈਸੇ ਤੁਹਾਨੂੰ ਦੇ ਦਾਂਗੇ ਜੀ, ਆਹ ਫਸਲਾਂ ਦਾ ਮੁਆਵਜ਼ਾ ਦੇ ਦਾਂਗੇ ਜੀ, ਰੁਜ਼ਗਾਰ। ਉਹਨਾਂ ਗੱਲਾਂ ਤੇ ਕੀ ਗੱਲ ਕਰਨ ਚੱਲੀਏ? ਹਾਂ ਠੀਕ ਹੈ, ਕਰਜ਼ੇ ਵਾਲੀ ਗੱਲ ਤੇ ਉਹਨਾਂ ਦਾ ਵਾਅਦਾ ਨਹੀਂ ਹੈਗਾ, ਉੱਤੇ ਗੱਲ ਸੰਭਵ ਹੈਗਾ। ਜਿਹੜੀ ਪਾਲਿਸੀ ਮੈਟਰ ਉੱਤੇ ਸੰਭਵ ਹੈਗਾ। ਜਾਣੀ ਦੀ ਨਿੱਕੀਆਂ ਗੱਲਾਂ ਲਈ ਉਹ ਤਾਂ ਲੱਕੜ ਦੇ ਮੁੰਡੇ ਦਿੰਦਾ ਵਾ ਉੱਥੇ ਬੈਠਾ ਰਮਾਨ ਨਾਲ। ਸਾਰੀਆਂ ਗੱਲਾਂ ਤੋਂ ਕਿਸੇ ਗੱਲ ਤੇ ਦੇਖੋ ਤੁਸੀਂ ਮੇਰਾ ਭਿੱਖ ਬਣੀ, ਮੈਨੂੰ ਸਾਰੀਆਂ ਗੱਲਾਂ ਸਵੇਰੇ ਮੰਨ ਲੈਣੀਆਂ ਤਾਂ ਪੀਸੀਆਂ ਹੋ ਜਾਣੀਆਂ। ਸੱਦਾ ਕਿਉਂ ਨਹੀਂ ਆਇਆ ਫਿਰ? ਤੁਸੀਂ ਕਹਿੰਦਾ ਤੁਸੀਂ ਤਾਂ ਐਡਾ ਵੱਡਾ ਅੰਦੋਲਨ ਛੇੜਿਆ ਹੋਇਆ, 3-4 ਦਿਨ ਹੋ ਗਏ, ਲੋਕ ਕਹਿੰਦੇ ਵੀ ਅਸੀਂ ਖੱਜਲ ਖਵਾਰ ਹੋ ਰਹੀ ਆ, 90 ਟ੍ਰੇਨਾਂ ਤੁਸੀਂ ਕੈਂਸਲ ਕਰਵਾ ਦਿੱਤੀਆਂ। ਦੇਖੋ ਚਲੋ ਇਹ ਤਾਂ ਉਹਨਾਂ ਨੂੰ ਪਤਾ ਹੋਊ ਕੀ ਨਹੀਂ। ਸਾਨੂੰ ਉਹਨਾਂ ਨੇ ਆਫਰ ਕੀਤੀ ਸੀ ਵੀ ਤੁਸੀਂ ਮੀਟਿੰਗ ਕਰਨਾ ਚਾਹੋ। ਅਸੀਂ ਆਖਿਆ ਪਹਿਲਾਂ ਸਾਡੇ ਜਿਹੜੇ ਹਾਈਟਲੇ ਲੈਵਲ ਦੇ ਮਸਲੇ ਆ ਜਿਹੜੇ ਅਫਸਰਸ਼ਾਹੀ ਕਰ ਸਕਦੀ ਕਾਰਜਪਾਲਿਕਾ, ਉਹ ਕਰਕੇ ਦੇ ਦਿਓ। ਅਸੀਂ ਫਿਰ ਜਿਹੜੀਆਂ ਮੰਗਾਂ ਮੁੱਖ ਮੰਤਰੀ ਦੇ ਲੈਵਲ ਦੀਆਂ ਵੀ ਤੁਹਾਡੇ ਲੈਵਲ ਦੀਆਂ ਨੇ, ਉਹਦੇ ਨਾਲ ਅਸੀਂ ਉਹਨਾਂ ਨਾਲ ਗੱਲ ਕਰ ਲਾਂਗੇ। ਤਾਂ ਬਾਕੀ ਜਥੇਬੰਦੀਆਂ ਨੂੰ ਕੀ ਕਹੋਗੇ ਜਿਹੜੀਆਂ ਕੱਲ ਜਾ ਰਹੀਆਂ? ਨਹੀਂ ਦੇਖੋ ਇਹ ਉਹਨਾਂ ਬਾਰੇ ਮੈਂ ਕਿਉਂ ਕਹਾਂ? ਉਹਨਾਂ ਕੋਲ ਸਵਾਲ, ਉਹਨਾਂ ਦੀ ਮਰਜ਼ੀ ਹੈ, ਉਹਨਾਂ ਦਾ ਆਜ਼ਾਦੀ, ਉਹ ਜਾ ਸਕਦੇ ਕਿਸੇ ਨਾਲ ਵੀ ਕੋਈ ਮੀਟਿੰਗ ਕਰ ਸਕਦਾ। ਉਹਨਾਂ ਬਾਰੇ ਸਾਡਾ ਕੋਈ ਤਰਕ ਨਹੀਂ ਹੈ। ਤਾਂ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਤਾਂ ਇਹ ਸਨ ਕਿਸਾਨ ਆਗੂ ਸਰਵਣ ਸਿੰਘ ਪੰਦੇਰ, ਜਿਨ੍ਹਾਂ ਦਾ ਕਹਿਣਾ ਕਿ ਜੋ ਕੱਲ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਸੱਦਾ ਸਾਨੂੰ ਨਹੀਂ ਆਇਆ। ਤਾਂ ਇਹਨਾਂ ਨੂੰ ਇਹ ਸਭ ਪਤਾ ਹੈ ਕਿ ਕੱਲ ਮੀਟਿੰਗ ਦੇ ਵਿੱਚ ਹੋਣ ਕੀ ਜਾ ਰਿਹਾ। ਤਾਂ ਇਸ ਤੇ ਜਦੋਂ ਸਵਾਲ ਕੀਤਾ ਗਿਆ ਕਿ ਅਪੀਲ ਕੀ ਕੀਤੀ ਜਾਵੇ, ਤਾਂ ਉਸ ਤੋਂ ਵੀ ਉਹ ਕਿਤੇ ਨਾ ਕਿਤੇ ਬਚਦੇ ਨਜ਼ਰ ਆਏ। ਕੈਮਰਾਮੈਨ ਮੋਨੂ ਦੇ ਨਾਲ ਮੈਂ ਜਗਵੰਤ, ਜਗਬਾਣੀ ਟੀਵੀ, ਜੰਡਿਆਲਾ ਗੁਰੂ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।